ਹੈਲੋ ਸਟੂਡੈਂਟ, ਇੱਕ ਵਾਰ ਫਿਰ ਤੋਂ ਤੁਹਾਡਾ ਸਵਾਗਤ ਹੈ ਸੀਬੀਸੀ ਦੇ ਆਫੀਸ਼ੀਅਲੀ YouTube ਚੈਨਲ ਦੇ ਉੱਪਰ। ਮੈਂ ਤੁਹਾਡਾ ਆਪਣਾ ਰਵੀ ਸਰ ਸੀਬੀਸੀ ਅਬੋਰਡ ਤੋਂ। ਅੱਜ ਅਸੀਂ ਡਿਸਕਸ ਕਰਨ ਵਾਲੇ ਹਾਂ ਜੀ ਮਾਡਰਨ ਹਿਸਟਰੀ ਦੇ ਵਿੱਚ ਅਸੀਂ ਸਪੈਕਟਰਮ ਬੁੱਕ ਦੀ ਸਮਰੀ ਬਣਾ ਰਹੇ ਹਾਂ। ਇਹਦੇ ਵਿੱਚ ਅਸੀਂ 3 ਲੈਕਚਰ ਪੋਸਟ ਕਰ ਚੁੱਕੇ ਹਾਂ ਤੇ ਸੋ ਪਲੀਜ਼ ਤੁਸੀਂ ਉਸ ਲੈਕਚਰ ਨੂੰ ਜੇ ਨਹੀਂ ਵੇਖਿਆ ਤਾਂ ਜ਼ਰੂਰ ਵੇਖਣਾ। ਤੇ ਇਸ ਦੇ ਵਿੱਚ ਅਸੀਂ ਡਿਸਕਸ ਕਰਾਂਗੇ ਪੁਰਤਗਾਲ ਦੇ ਬਾਰੇ, ਹੋਰ ਕਿਹੜੀਆਂ ਗੱਲਾਂ ਸੀ ਜਿਹੜੀਆਂ ਪੁਰਤਗੀਜ਼ ਦੀਆਂ, ਉਹਦੇ ਬਾਰੇ ਹੋਰ ਅਸੀਂ ਡਿਟੇਲ ਦੇ ਵਿੱਚ ਡਿਸਕਸ ਕਰਾਂਗੇ। ਤੇ ਜੋ ਸਟੂਡੈਂਟ ਇਸ ਚੈਨਲ ਦੇ ਉੱਪਰ ਇਸੇ ਲੈਕਚਰ ਨੂੰ ਵੇਖ ਰਹੇ ਆ, ਪਲੀਜ਼ ਇਸ ਵੀਡੀਓ ਨੂੰ ਅਗਰ ਤੁਹਾਨੂੰ ਵਧੀਆ ਲੱਗੇ ਤਾਂ ਜ਼ਰੂਰ ਲਾਈਕ ਕਰਨਾ, ਸ਼ੇਅਰ ਕਰਨਾ, ਸਬਸਕ੍ਰਾਈਬ ਕਰਨਾ ਆਪਣੇ ਫਰੈਂਡਸ ਦੇ ਵਿੱਚ, ਠੀਕ ਹੈ ਜੀ। ਤੇ ਆਓ ਜੀ ਹੁਣ ਅਸੀਂ ਆਪਣੇ ਲੈਕਚਰ ਨੂੰ ਸਟਾਰਟ ਕਰੀਏ। ਤੁਹਾਨੂੰ ਪਤਾ ਹੈ ਜੀ ਸਾਡੇ ਆਨਲਾਈਨ ਕੋਰਸਿਸ ਵੀ ਆਉਂਦੇ ਨੇ। ਤੁਸੀਂ ਸਾਡੀ ਜਿਹੜੀ ਐਪ ਹੈ ਐਂਡਰੋਇਡ ਐਪ ਹੈ ਉਸ ਨੂੰ ਤੁਸੀਂ ਤੇ ਜਾਂ ਸਾਡੀ ਸਾਈਟ ਤੇ ਲੌਗਇਨ ਕਰਕੇ ਜਿੰਨੇ ਵੀ ਸਾਡੇ ਪੰਜਾਬ ਤੋਂ ਰਿਲੇਟਡ ਜਿੰਨੇ ਵੀ ਕੋਰਸ ਨੇ ਸਾਡੇ ਪੰਜਾਬ ਐਗਜ਼ਾਮ ਵਾਸਤੇ, ਤੁਸੀਂ ਪਟਵਾਰੀ ਦਾ ਕੋਰਸ ਹੋਵੇ, ਹੁਣ ਇਹ ਪਟਵਾਰੀ ਦਾ ਕੋਰਸ ਜਿਹੜਾ ਸੈਕਿੰਡ ਬੈਚ ਹੈ, ਜਿਹੜਾ ਹੁਣ ਲਾਸਟ ਸਟੇਜ ਦੇ ਵਿੱਚ ਹੈ, ਜਿਸ ਨੂੰ ਤੁਸੀਂ ਇੱਥੇ ਫਿਊ ਸੀਟਸ ਬਾਕੀ ਰਹਿ ਗਈਆਂ ਨੇ, ਤੁਸੀਂ ਇਹਨੂੰ ਪਰਚੇਜ਼ ਕਰ ਸਕਦੇ ਹੋ। ਤੇ ਸੋ ਜੇ ਤੁਹਾਨੂੰ ਵਧੀਆ ਲੱਗੇ ਤਾਂ ਇਸ ਨੂੰ ਜ਼ਰੂਰ ਪਰਚੇਜ਼ ਕਰਨਾ। ਤੁਸੀਂ ਆਪਣੀ ਤਿਆਰੀ ਨੂੰ ਕੰਟੀਨਿਊ ਕਰਨਾ, ਤੁਸੀਂ ਘਰ ਬੈਠੇ ਆਪਣੇ ਟਾਈਮ ਦੀ ਬਚਤ ਕਰ ਸਕਦੇ ਹੋ, ਠੀਕ ਹੈ ਜੀ। ਤੇ ਆਓ ਜੀ ਹੁਣ ਆਪਣੇ ਲੈਕਚਰ ਨੂੰ ਸਟਾਰਟ ਕਰਦੇ ਹਾਂ। ਦੇਖੋ ਜੀ ਹੁਣ ਇਹ ਥੋੜ੍ਹਾ ਜਿਹਾ ਮੈਂ ਇੱਥੋਂ ਸਟਾਰਟ ਕਰਨ ਲੱਗਿਆ ਕਿ ਦੇਖੋ ਸਭ ਕੁਝ ਤੁਹਾਡੇ ਸਾਹਮਣੇ ਹੈ। ਜੋ ਇੱਥੇ ਕਰੇਗਾ, ਜਿਹਨੇ ਇੱਥੇ ਮਿਹਨਤ ਕੀਤੀ ਹੈ ਲੋਕਡਾਊਨ ਦੇ ਵਿੱਚ, ਉਹੀ ਨੈਕਸਟ ਆਉਣ ਵਾਲੀ ਪੋਸਟਾਂ ਦੇ ਵਿੱਚ ਲੱਗੇਗਾ। ਇਸ ਦੇ ਵਿੱਚ ਕੋਈ ਦੋ ਰਾਏ ਨਹੀਂ ਹੈਗੀ ਹੈ। ਉਹਨੇ ਭਾਵੇਂ ਕਿੱਥੋਂ ਵੀ ਪੜ੍ਹਿਆ ਹੋਵੇ, ਕਿਹੜੀ ਵੀ ਅਕੈਡਮੀ ਤੋਂ ਪੜ੍ਹਿਆ ਹੋਵੇ, ਸਾਰੇ ਟੀਚਰ ਵਧੀਆ ਬੈਸਟ ਹੁੰਦੇ ਨੇ। ਆਪਣਾ ਸਿਰਫ ਬੱਚੇ ਦੀ ਨੀਅਤ ਦੇ ਵਿੱਚ ਹੀ ਫ਼ਰਕ ਹੁੰਦਾ, ਠੀਕ ਹੈ ਜੀ। ਸਭ ਟੀਚਰ ਆਪਣੇ ਵੱਲੋਂ ਬਹੁਤ ਵਧੀਆ ਬੈਸਟ ਕਰਦੇ ਨੇ। ਆਓ ਜੀ ਹੁਣ ਆਪਣੇ ਲੈਕਚਰ ਨੂੰ ਸਟਾਰਟ ਕਰਾਂਗੇ। ਦੇਖੋ ਜੀ ਇਸ ਤੋਂ ਪਹਿਲਾਂ ਮੈਂ ਇਸ ਨੂੰ ਸਟਾਰਟ ਕਰਾਂ ਤਾਂ ਮੈਂ ਤੁਹਾਨੂੰ ਪ੍ਰੀਵੀਅਸ ਲੈਕਚਰ ਦੇ ਬਾਰੇ ਥੋੜ੍ਹਾ ਦੱਸ ਦੇਵਾਂ। ਪ੍ਰੀਵੀਅਸ ਲੈਕਚਰ ਦੇ ਵਿੱਚ ਪੁਰਤਗੀਜ਼ ਨੂੰ ਪਤਾ ਹੀ ਤੁਹਾਨੂੰ, ਜਿਹੜੇ ਅਕਬਰ ਇਹਦਾ ਜਿਹੜਾ ਰਾਜਾ ਸੀਗਾ, ਮੁਗਲ ਬਾਦਸ਼ਾਹ, ਉਸ ਨੂੰ ਆਈਡੀਓਲੋਜੀ ਜਿਹੜੀ ਹੁੰਦੀ ਹੈ, ਥਿਓਲੋਜੀ ਜਿਹੜੀ ਹੁੰਦੀ ਹੈ, ਭਗਵਾਨ ਦੇ ਬਾਰੇ ਜਾਣਨ ਦੀ, ਗੋਡ ਦੇ ਬਾਰੇ ਜਾਣਨ ਦੀ ਬਹੁਤ ਚਾਹ ਹੁੰਦਾ ਹੈ। ਇਹਨੇ ਕੀ ਕੀਤਾ ਜੀ, ਗੋਆ ਦੇ ਵਿੱਚ ਜਿਹੜੇ ਪੁਰਤਗੀਜ਼ ਦੀ ਅਥਾਰਟੀ ਹੁੰਦੀ ਸੀ ਕ੍ਰਿਸਚਨ ਦੀ, ਉਸ ਨੂੰ ਲੈਟਰ ਭੇਜਿਆ ਸੀਗਾ। ਉਸ ਦੇ ਵਿੱਚ ਫਿਰ ਇਹਨਾਂ ਨੇ 2 ਪਰਸਨ ਸਿਲੈਕਟ ਕੀਤੇ, ਉਹ ਆਏ ਸੀਗੇ ਪਹਿਲੇ ਮਿਸ਼ਨ ਦੇ ਵਿੱਚ। ਇਹਨਾਂ ਨੇ ਉਸ ਪੁਰਤਗੀਜ਼ ਨੇ ਉਸ ਨੂੰ ਇੱਕ ਚਾਂਸ ਦੇ ਵਜੂਦ ਦੇ ਵਿੱਚ ਵੇਖਿਆ ਸੀ ਤਾਂ ਕਿ ਅਸੀਂ ਅਕਬਰ ਨੂੰ ਜੇ ਕ੍ਰਿਸਚੈਨਿਟੀ ਦੇ ਵਿੱਚ ਕਵਰ ਕਰ ਸਕੇ ਹਾਂ ਤਾਂ ਫਿਰ ਸਮਝ ਲਓ ਸਾਰੀ ਇੰਡੀਆ ਦੇ ਵਿੱਚ ਅਸੀਂ ਕ੍ਰਿਸਚੈਨਿਟੀ ਨੂੰ ਵਧੀਆ ਤਰੀਕੇ ਨਾਲ ਫੈਲਾ ਸਕਦੇ ਹਾਂ। ਉਸ ਦੇ ਕਾਰਨ ਜਿਹੜਾ ਫਸਟ ਮਿਸ਼ਨ ਸੀਗਾ ਇਹਨਾਂ ਦਾ ਉਹ ਫੇਲ ਹੋ ਗਿਆ, ਕਿਉਂਕਿ ਅਕਬਰ ਦੇ ਕਾਰਨ ਨਹੀਂ ਉਹਨੂੰ ਕੰਟਰੋਲ ਕਰ ਪਾਏ। ਉਸ ਤੋਂ ਬਾਅਦ ਫਿਰ ਸੈਕਿੰਡ ਅਕਬਰ ਨੇ ਫਿਰ ਬੁਲਾਇਆ, ਥਰਡ ਟਾਈਮ ਬੁਲਾਇਆ। ਥਰਡ ਟਾਈਮ ਦੇ ਵਿੱਚ ਇਹ ਫਾਦਰ ਪਿਨਹੈਰੋ ਹੈਗੇ ਨੇ, ਜਿਹੜੇ ਥਰਡ ਮਿਸ਼ਨ ਦੇ ਵਿੱਚ ਇੱਥੇ ਸਟੇ ਕੀਤਾ ਹੋਇਆ ਇਹਨਾਂ ਨੇ ਮੁਗਲ ਦਰਬਾਰ ਦੇ ਵਿੱਚ, ਠੀਕ ਹੈ ਜੀ। ਉਸ ਤੋਂ ਬਾਅਦ ਮੈਂ ਦੱਸੂਗਾ ਕਿ ਇਹਨਾਂ ਦਾ ਹੁਣ ਮੁਗਲ ਜਿਹੜੇ ਪੁਰਤਗੀਜ਼ ਨੇ, ਇਹਨਾਂ ਦਾ ਹੁਣ ਥੋੜ੍ਹਾ ਜਿਹਾ ਜਿਹੜਾ ਮਨ ਮੁਟਾਵ ਹੈ ਮੁਗਲ ਬਾਦਸ਼ਾਹ ਦੇ ਨਾਲ ਹੋਣਾ ਸਟਾਰਟ ਹੋ ਜਾਂਦਾ ਹੈ। ਹੋਰ ਕੀ ਰੀਜ਼ਨ ਬਣਦੇ ਨੇ ਕਿ ਇਹਨਾਂ ਦਾ ਜਿਹੜਾ ਪੁਰਤਗੀਜ਼ ਇੰਨੇ ਵਧੀਆ ਚੱਲ ਰਹੇ ਸੀ, ਟ੍ਰੇਡ ਵਾਸਤੇ ਆਏ ਸੀ, ਇਹਨਾਂ ਦੀਆਂ ਇੰਨੀਆਂ ਕਲੋਨੀਆਂ ਐਸਟੈਬਲਿਸ਼ ਕਰ ਲਈਆਂ, ਬਟ ਫਿਰ ਵੀ ਇਹਨਾਂ ਦਾ ਕੀ ਰੀਜ਼ਨ ਬਣਿਆ ਕਿ ਇਹਨਾਂ ਨੂੰ ਇੱਥੋਂ ਜਾਣਾ ਪੈ ਗਿਆ। ਉਹ ਰੀਜ਼ਨ ਕੀ ਸੀਗਾ ਜੀ, ਹੁਣ ਆਪਾਂ ਗੱਲ ਕਰਦੇ ਹਾਂ ਇਸ ਦੇ ਬਾਰੇ। ਇਸ ਲੈਕਚਰ ਦੇ ਵਿੱਚ ਵੇਖਾਂਗੇ ਕਿ ਹੁਣ ਇਹ ਕਿਹੜੇ ਕਾਜ਼ਸ ਸੀਗੇ ਜਿਸ ਦੇ ਕਾਰਨ ਪੁਰਤਗੀਜ਼ ਇੱਥੋਂ ਚਲੇ ਗਏ, ਠੀਕ ਹੈ ਜੀ। ਹੁਣ ਇਹਨਾਂ ਦਾ ਡਿਕਲਾਈਨ ਹੋਣਾ ਸਟਾਰਟ ਹੋ ਗਿਆ। ਫਿਰ ਡਿਕਲਾਈਨ ਹੁੰਦੇ ਹੁੰਦੇ ਦੂਜੀ ਜਿਹੜੀ ਇਸਟੈਬਲਿਸ਼ ਕੰਪਨੀਆਂ ਸੀ ਇੰਡੀਆ ਦੇ ਵਿੱਚ ਆਈਆਂ, ਉਹਨਾਂ ਨੇ ਆਪਣਾ ਸਟੇਬਲ ਕਰ ਲਿਆ ਸਾਰਾ ਸਿਸਟਮ। ਉਹ ਇਸ ਲੈਕਚਰ ਦੇ ਵਿੱਚ ਆਪਾਂ ਦੇਖਾਂਗੇ, ਠੀਕ ਹੈ ਜੀ। ਹੁਣ ਆਪਾਂ ਆਪਣਾ ਲੈਕਚਰ ਨੂੰ ਸਟਾਰਟ ਕਰਦੇ ਹਾਂ। ਥਰਡ ਮਿਸ਼ਨ ਦੇ ਵਿੱਚ ਦੇਖੋ ਜੀ ਹੁਣ ਜਿਹੜਾ ਅਕਬਰ ਸੀਗਾ, ਉਸ ਤੋਂ ਬਾਅਦ ਬਾਦਸ਼ਾਹ ਆ ਚੁੱਕੇ ਨੇ ਜਹਾਂਗੀਰ ਦੇ ਦਰਬਾਰ ਦੇ ਵਿੱਚ। ਹੁਣ ਥਰਡ ਮਿਸ਼ਨ ਚੱਲ ਰਿਹਾ ਇਹਨਾਂ ਦਾ, ਫਾਦਰ ਪਿਨਹੈਰੋ ਹੈਗੇ ਨੇ। ਤੇ ਉਸ ਤੋਂ ਬਾਅਦ ਹੁਣ ਗੱਲ ਕਰਦੇ ਹਾਂ। ਦੇਖੋ ਜੀ ਹੁਣ ਤੁਹਾਨੂੰ ਇਹ ਪਤਾ ਹੋਏਗਾ ਕੈਪਟਨ ਵਿਲੀਅਮ ਹਾਕਿੰਗ। ਸਭ ਤੋਂ ਪਹਿਲਾਂ ਤੁਸੀਂ ਇੱਕ ਈਅਰ ਯਾਦ ਕਰਨਾ ਹੈ, 1608 ਈਸਵੀ ਦੇ ਵਿੱਚ ਇਹ ਪਰਸਨ ਇੰਗਲੈਂਡ ਤੋਂ ਆਇਆ ਸੀਗਾ ਤੇ ਇਹ ਲੈ ਕੇ ਆਇਆ ਸੀ ਸ਼ਿਪ ਹੈਕਟਰ ਨਾਮ ਦੇ ਉੱਪਰ। ਇਹ ਵਾਇਆ ਸਮੁੰਦਰ ਤੋਂ ਹੁੰਦੇ ਹੋਏ, ਸੀ ਤੋਂ ਹੁੰਦੇ ਹੋਏ ਪਹੁੰਚਿਆ ਸੀਗਾ ਇੰਗਲੈਂਡ ਦੇ ਸੂਰਤ ਸ਼ਹਿਰ ਦੇ ਵਿੱਚ, ਠੀਕ ਹੈ ਜੀ। ਹੁਣ ਸੂਰਤ ਦੇ ਉੱਪਰ ਕਬਜ਼ਾ ਕੀਤਾ ਸੀਗਾ। ਸੂਰਤ ਸ਼ਹਿਰ ਦੇ ਉੱਪਰ ਗਵਰਨਰ ਤਾਂ ਵੈਸੇ ਮੁਗਲਿਆਂ ਦਾ ਸੀਗਾ, ਬਟ ਇੱਥੇ ਕਲੋਨੀਆਂ ਬਣਾ ਕੇ ਇਸਟੈਬਲਿਸ਼ ਕੀਤੀਆਂ ਹੋਈਆਂ ਸੀ ਕਿ ਇਹਨਾਂ ਨੇ ਪੁਰਤਗੀਜ਼ ਨੇ, ਠੀਕ ਹੈ ਜੀ। ਇਹ ਤੁਸੀਂ ਯਾਦ ਰੱਖਣਾ ਹੈ। ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ, ਜਦੋਂ ਕੈਪਟਨ ਹਾਕਿੰਗਸ ਜਦੋਂ ਇੰਗਲੈਂਡ ਤੋਂ ਇੱਥੇ ਆਇਆ, ਪੁਰਤਗੀਜ਼ ਦੇ ਦਿਮਾਗ ਦੇ ਵਿੱਚ ਬਹੁਤ ਹੀ ਵੱਡਾ ਇਹਨਾਂ ਨੂੰ ਸਦਮਾ ਪਹੁੰਚਿਆ ਕਿ ਇੱਕ ਨਵਾਂ ਪਰਸਨ ਇੰਡੀਆ ਦੇ ਵਿੱਚ ਇੰਟਰੋਡਿਊਸ ਹੋਣ ਜਾ ਰਿਹਾ, ਵੀ ਇਹ ਸਾਡੇ ਆਉਣ ਵਾਲੇ ਇੰਡੀਆ ਟਾਈਮ ਦੇ ਵਿੱਚ ਇੱਕ ਥ੍ਰੈਟ ਬਣ ਸਕਦਾ ਹੈ, ਠੀਕ ਹੈ ਜੀ। ਹੁਣ ਇਹਨੇ ਕੀ ਕੀਤਾ, ਜਿਹੜਾ ਵਿਲੀਅਮ ਹਾਕਿੰਗਸ ਹੈ, ਇਹ ਕੀ ਲੈ ਕੇ ਆਇਆ, ਇੱਕ ਲੈਟਰ ਲੈ ਕੇ ਆਇਆ। ਕਿਉਂਕਿ ਇੰਗਲੈਂਡ ਦੇ ਵਿੱਚ ਤੁਹਾਨੂੰ ਪਤਾ ਜੀ ਮੋਨਾਰਕੀ ਸੀਗੀ। ਮੋਨਾਰਕੀ ਸਿਸਟਮ ਹੁੰਦਾ ਕਿ ਰਾਜਾ ਰਾਣੀ ਦੀ ਸਰਕਾਰ ਸੀ। ਜੇਮਸ I ਕਿੰਗ ਜਿਹੜਾ ਰਾਜ ਕਰ ਰਿਹਾ ਸੀ, ਉਹਦਾ ਇੱਕ ਲੈਟਰ ਲੈ ਕੇ ਆਉਂਦਾ ਜਹਾਂਗੀਰ ਦੇ ਦਰਬਾਰ ਦੇ ਵਿੱਚ, ਕਿਉਂਕਿ ਇੰਡੀਆ ਦੇ ਵਿੱਚ ਰਾਜਾ ਕੌਣ ਹੈ, ਜਹਾਂਗੀਰ। ਹੁਣ ਤੁਸੀਂ ਕਿਸੇ ਦੂਜੇ ਦੇਸ਼ ਦੇ ਵਿੱਚ ਅਗਰ ਤੁਸੀਂ ਟ੍ਰੇਡ ਕਰਨਾ ਚਾਹੁੰਦੇ ਹੋ ਤਾਂ ਸਭ ਤੋਂ ਪਹਿਲਾਂ ਉੱਥੇ ਦੇ ਰਾਜੇ ਦੀ
ਆਪਾਂ ਨੂੰ ਪਰਮਿਸ਼ਨ ਲੈਣੀ ਪੈਂਦੀ ਹੈ। ਤੇ ਇਹ ਆਪਣੇ ਸਾਥ ਕਾफ़ी ਸਮਾਨ ਇੰਗਲੈਂਡ ਤੋਂ ਨਾਲ ਲੈ ਕੇ ਆਇਆ ਤੇ ਜਿਸ ਦੇ ਕਾਰਨ ਇਹਨੇ ਰਾਜੇ ਨੂੰ ਆ ਕੇ ਉਹ ਲੈਟਰ ਸੁਣਾਇਆ। ਲੈਟਰ ਸੁਣਾਉਣ ਦੇ ਨਾਲ ਤੇ ਉਸ ਨੂੰ ਜਹਾਂਗੀਰ ਨੂੰ ਇਸ ਦੇ ਬਾਰੇ ਬਹੁਤ ਵਧੀਆ ਲੱਗਿਆ। ਇਹ ਲੈਟਰ ਨੂੰ ਇਹਨਾਂ ਨੇ ਅਸੈਪਟ ਕੀਤਾ ਜਹਾਂਗੀਰ ਨੇ। ਹੁਣ ਇਹਦਾ ਕਾਰਨ ਕੀ ਸੀਗਾ ਵੀ ਇਹਨੇ ਤੇ ਉਸ ਤੋਂ ਬਾਅਦ ਇਹਨੇ ਰਿਕੁਐਸਟ ਕੀਤੀ ਕਿ ਮੈਨੂੰ ਪਰਮਿਸ਼ਨ ਦਿੱਤੀ ਜਾਵੇ ਬਿਜ਼ਨਸ ਇੰਡੀਆ ਦੇ ਵਿੱਚ ਕਰਨ ਵਾਸਤੇ ਇੰਗਲੈਂਡ ਨੂੰ। ਠੀਕ ਹੈ ਜੀ, ਹੁਣ ਇਹ ਰਿਕੁਐਸਟ ਕਰ ਰਿਹਾ ਜਹਾਂਗੀਰ ਦੇ ਕੋਲ। ਉਸ ਤੋਂ ਬਾਅਦ ਫਾਦਰ ਪਿਨਹੈਰੋ ਤੇ ਜਿਹੜੇ ਪੁਰਤਗੀਜ਼ ਅਥਾਰਟੀਜ਼ ਨੇ ਇਹਨਾਂ ਨੇ ਕੀ ਕੀਤਾ ਜੀ, ਬਹੁਤ ਹੀ ਬੈਸਟ ਪ੍ਰੀਵੈਂਟ ਜਿਹੜਾ ਕੈਪਟਨ ਹਾਕਿੰਗ ਸੀਗਾ 1608 ਦੇ ਵਿੱਚ ਜਦੋਂ ਇੰਡੀਆ ਦੇ ਵਿੱਚ ਪਹੁੰਚਦਾ ਹੈ ਤੇ 1 ਸਾਲ ਪੂਰਾ ਲੱਗ ਜਾਂਦਾ ਇਹਨੂੰ ਆਗਰਾ ਪਹੁੰਚਣ ਵਾਸਤੇ। ਤੇ 1 ਸਾਲ ਦੇ ਵਿੱਚ ਇਹਨੂੰ ਬੜੇ ਥਾਂ 'ਤੇ ਜਿਹੜੇ ਪੁਰਤਗੀਜ਼ ਨੇ ਇਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕਰਦੇ ਆ, ਇਹਨਾਂ ਦੀ ਅਥਾਰਟੀਜ਼ ਹੁੰਦੀਆਂ ਨੇ ਰੋਕਣ ਦੀ ਕੋਸ਼ਿਸ਼ ਕਰਦੀਆਂ ਨੇ। ਬਟ ਆਖਿਰ ਕਹਿੰਦੇ ਆ ਕਿ ਜਿਹੜਾ ਹੈ ਕੈਪਟਨ ਹਾਕਿੰਗ ਸੀਗਾ ਇਹ ਫਾਈਨਲੀ ਮੁਗਲ ਕੋਰਟ ਦੇ ਵਿੱਚ ਪਹੁੰਚਿਆ, ਫਾਈਨਲੀ ਸਕਸੀਡ ਹੋ ਗਿਆ। ਉਸ ਨੂੰ ਪੁਰਤਗੀਜ਼ ਸੀਗੇ ਸਕਸੈਸਫੁਲੀ ਸਕਸੀਡ ਨਹੀਂ ਕਰ ਪਾਏ, ਜਿਸ ਦੇ ਕਾਰਨ ਪਹੁੰਚਣ ਦੇ ਕਾਰਨ ਉੱਥੇ ਅਕਬਰ ਦੇ ਜਿਹੜਾ ਜਹਾਂਗੀਰ ਦੇ ਨਾਲ ਗੱਲ ਹੋਏਗੀ। ਹੁਣ ਜਹਾਂਗੀਰ ਨੇ ਫਿਰ ਇਹਦਾ ਜਿਹੜਾ ਗਿਫਟ ਸੀਗੇ ਲੈ ਕੇ ਆਇਆ ਸੀਗਾ ਉਸ ਨੂੰ ਅਸੈਪਟ ਕੀਤਾ ਤੇ ਉਸ ਤੋਂ ਬਾਅਦ ਉਸਨੇ ਹਾਕਿੰਗਸ ਦੇ ਨਾਲ ਇੱਕ ਜਿਹੜੀ ਫੇਅਰਵੈਲ ਰਿਸੈਪਸ਼ਨ ਇਹਦੀ ਜਿਹੜੀ ਸੀ ਉਹ ਤਾਂ ਬਹੁਤ ਵਧੀਆ ਢੰਗ ਨਾਲ ਇੱਕ ਸਵਾਗਤ ਵੀ ਕੀਤਾ, ਇਹਦਾ ਸ਼ਾਨਦਾਰ ਸਵਾਗਤ ਕੀਤਾ। ਉਸ ਤੋਂ ਬਾਅਦ ਹਾਕਿੰਗਸ ਨੇ ਫਿਰ ਕੀ ਕਿਹਾ ਸੀ, ਹਾਕਿੰਗਸ ਦਾ ਇੱਕ ਹੋਰ ਵੀ ਕੰਮ ਸੀਗਾ। ਇੱਕ ਪਰਸਨ ਟਰੈਵਲਰ ਜਿਹੜਾ ਤੁਰਕੀ ਲੈਂਗੁਏਜ ਜਾਣਦਾ ਹੈ ਪਰ ਹੈ ਇੰਗਲੈਂਡ ਤੋਂ, ਉਹ ਜਹਾਂਗੀਰ ਵਾਸਤੇ ਇੱਕ ਕਹਿੰਦੇ ਨਾ ਟਰਨਿੰਗ ਪੁਆਇੰਟ ਹੋ ਗਿਆ। ਹੁਣ ਟਰਨਿੰਗ ਪੁਆਇੰਟ ਇਹ ਹੋ ਸਕਦਾ ਸੀ ਵੀ ਇਹ ਇੰਗਲਿਸ਼ ਬੋਲਦੇ ਸੀਗੇ, ਇੰਡੀਆ ਦੇ ਵਿੱਚ ਇੰਗਲਿਸ਼ ਕਿਸੇ ਨੂੰ ਆਉਂਦੀ ਨਹੀਂ ਹੈ ਸਿਵਾਏ ਇੱਕ ਪੁਰਤਗੀਜ਼ ਮਾੜਾ ਮੋਟਾ ਜੇ ਜਾਣਦੇ ਆ ਉਹਦੇ ਬਾਰੇ। ਪਰ ਜੇ ਜਹਾਂਗੀਰ ਦੇ ਨਾਲ ਇਹਨੂੰ ਇੰਗਲਿਸ਼ ਤੁਰਕੀ ਨਾ ਆਉਂਦੀ ਹੋ ਜੇ, ਕਿਉਂਕਿ ਹਾਕਿੰਗਸ ਨੂੰ ਤੁਰਕੀ ਵੀ ਆਉਂਦੀ ਸੀ, ਤੁਰਕੀ ਦੇ ਵਿੱਚ ਇਹਨੇ ਗੱਲ ਕੀਤੀ ਕਿਹਦੇ ਨਾਲ, ਜਹਾਂਗੀਰ ਦੇ ਨਾਲ। ਹੁਣ ਕਿਉਂਕਿ ਇਹਨੇ ਡਾਇਰੈਕਟ ਜਹਾਂਗੀਰ ਦੇ ਨਾਲ ਗੱਲ ਕੀਤੀ, ਉਸ ਤੋਂ ਬਾਅਦ ਜੇ ਇਹਨੂੰ ਤੁਰਕੀ ਨਾ ਆਉਂਦੀ ਹੁੰਦੀ ਫਿਰ ਇਹਨੇ ਇੱਕ ਇੰਟਰਪ੍ਰੇਟਰ ਪਰਸਨ ਕਹਿੰਦਾ ਵੀ ਇਸ ਨੂੰ ਗੱਲਾਂ ਜਹਾਂਗੀਰ ਨੂੰ ਦੱਸਣ ਵਾਸਤੇ ਆਪਣੀ ਲੈਂਗੁਏਜ ਦੇ ਵਿੱਚ ਇਹਨੇ ਇੱਕ ਪਰਸਨ ਨੂੰ ਲੈਣਾ ਸੀ ਜਿਹੜਾ ਕਿ ਟਰਾਂਸਲੇਟ ਕਰਕੇ ਇਹਦੀ ਗੱਲਾਂ ਦੱਸਦਾ। ਪਰ ਇਹ ਚੀਜ਼ਾਂ ਐਜ਼ ਏ ਪੋਸੀਬਲ ਪੁਰਤਗੀਜ਼ ਦੇ ਅਕੋਰਡਿੰਗ ਹੋ ਸਕਦੀਆਂ ਸੀ ਬਟ ਹੋਈਆਂ ਨਹੀਂ। ਪਰ ਇਹਦਾ ਬੈਨੀਫਿਟ ਇਹ ਰਹਿ ਗਿਆ ਕਿ ਇਹ ਤੁਰਕੀ ਜਾਣਦਾ ਸੀ, ਤੁਰਕੀ ਜਾਣਨ ਦੇ ਕਾਰਨ ਇਹਨੇ ਡਾਇਰੈਕਟ ਗੱਲ ਕਰ ਲਈ। ਡਾਇਰੈਕਟ ਗੱਲ ਕਰਨ ਤੋਂ ਕਾਰਨ ਜਿਹੜਾ ਜਹਾਂਗੀਰ ਸੀਗਾ ਬਹੁਤ ਜ਼ਿਆਦਾ ਇੰਪ੍ਰੈਸ ਹੋਇਆ ਇਸ ਨਾਲੋਂ। ਤੇ ਉਸ ਤੋਂ ਬਾਅਦ ਹਾਕਿੰਗਸ ਜਿਹੜਾ ਜਹਾਂਗੀਰਸ ਨੇ ਇਹਨੂੰ ਮਨਸਬਦਾਰ 400 ਕਹਿੰਦੇ ਨਾ ਵੀ ਮਨਸਬਦਾਰ ਹੁੰਦੇ ਸੀ, ਇੱਕ ਵੱਡੀ ਫੌਜ ਦੇ ਉੱਪਰ ਇੱਕ ਪੋਸਟ ਹੁੰਦੀ ਸੀ ਮਨਸਬਦਾਰ। ਠੀਕ ਹੈ ਜੀ, ਬਹੁਤ ਵੱਡੇ ਇੱਕ ਏਰੀਏ ਨੂੰ ਕੰਟਰੋਲ ਕਰਨ ਵਾਲਾ ਪਰਸਨ ਹੁੰਦਾ ਸੀਗਾ ਤੇ ਉਸ ਦੇ ਵਿੱਚ ਇੱਕ ਬਹੁਤ ਵੱਡੀ ਸੈਨਾ ਹੁੰਦੀ ਸੀ। ਉਸ ਦੇ ਇਹਨੇ ਹਾਕਿੰਗਸ ਨੂੰ ਕੀ ਕੀਤਾ ਜੀ, ਜਹਾਂਗੀਰ ਨੇ ਖੁਸ਼ ਹੋਣ ਦੇ ਕਾਰਨ 30,000 ਰੁਪਏ ਜਿਹੜੀ ਸੈਲਰੀ ਹੈ ਦੇ ਕੇ ਇਹਨੂੰ ਰੱਖਣ ਦੀ ਕੋਸ਼ਿਸ਼ ਕੀਤੀ। ਪਰ ਇਹਨੇ ਕੀ ਕੀਤਾ ਜੀ, ਇਹਨੇ ਉਸ ਨੂੰ ਇਗਨੋਰ ਕਰਤਾ, ਇਸਨੇ ਰਿਸੀਵ ਹੀ ਨਹੀਂ ਕੀਤਾ ਉਸ ਨੂੰ ਹਾਕਿੰਗਸ ਨੇ, ਕਿਉਂਕਿ ਇਹਦੇ ਮਾਈਂਡ ਦੇ ਵਿੱਚ ਸਿਰਫ ਇੱਕ ਟ੍ਰੇਡਿੰਗ ਰਾਈਟਸ ਲੈਣ ਦਾ ਇਹਦਾ ਕੰਮ ਸੀਗਾ ਜਿਹੜਾ ਇਸ ਦੇ ਰਾਜੇ ਨੂੰ ਇਸ ਨੂੰ ਭੇਜਿਆ ਸੀਗਾ। ਉਸ ਤੋਂ ਬਾਅਦ ਹਾਕਿੰਗਸ ਨੇ ਨੂੰ ਹੋਰ ਕਹਿੰਦੇ ਨਾ ਜਹਾਂਗੀਰ ਨੇ ਆਪਣੇ ਦਰਬਾਰ ਦੇ ਵਿੱਚ ਰੱਖਣ ਵਾਸਤੇ ਜਿਹੜੀ ਇਹਦੀ ਤੁਰਕੀ ਦੀ ਇੱਕ ਬੇਗਮ ਸੀਗੀ, ਕਿਉਂਕਿ ਇਹ ਤੁਰਕੀ ਬੋਲਦਾ ਸੀ, ਤੁਰਕੀ ਦੀ ਇੱਕ ਜਿਹੜੀ ਬੇਗਮ ਸੀ ਉਹਦੀ ਇੱਕ ਕੁੜੀ ਸੀ, ਉਹਦੇ ਨਾਲ ਇਹਦਾ ਵਿਆਹ ਵੀ ਕਰਵਾਇਆ। ਅਰਮੇਨੀਅਨ ਕ੍ਰਿਸਚਨ ਜੀ ਇੱਕ ਕੁੜੀ ਸੀ ਮੁਬਾਰਕ ਸ਼ਾਹ ਦੀ ਬੇਟੀ ਸੀ, ਉਹਦਾ ਨਾਮ ਸੀਗਾ ਮੁਬਾਰਕ ਸ਼ਿਕਾ, ਉਹਦੇ ਨਾਲ ਇਹਦਾ ਵਿਆਹ ਵੀ ਕਰਵਾਇਆ ਤਾਂ ਕਿ ਇਹ ਇੱਥੇ ਸਟੇਬਲ ਹੋ ਜਾਵੇ। ਬਟ ਇਹਦੇ ਦਿਮਾਗ ਦੇ ਵਿੱਚ ਕਹਿੰਦੇ ਨਾ ਵੀ ਨੈਸ਼ਨਲਿਜ਼ਮ ਦੀ ਭਾਵਨਾ ਬਹੁਤ ਜ਼ਿਆਦਾ ਸੀਗੇ। ਤੇ ਉਸ ਤੋਂ ਬਾਅਦ ਇਹਨੇ ਫਾਈਨਲੀ ਆਪਣੇ ਜੇ ਇਹਨੂੰ ਮੰਨ ਲਓ ਇੰਨਾ ਕੁਛ ਜਹਾਂਗੀਰ ਨੇ ਦਿੱਤਾ ਹੈ ਤਾਂ ਤੁਸੀਂ ਮੰਨ ਕੇ ਚਲੋ ਕਿ ਇਹਨੂੰ ਰਾਈਟ ਤਾਂ ਮਿਲ ਹੀ ਜਾਣੇ ਸੀਗੇ। ਤੇ ਇਹਨੇ ਕੀ ਕੀਤਾ ਜੀ, ਗ੍ਰਾਂਟ ਆਫ ਦਾ ਟ੍ਰੇਡਿੰਗ ਰਾਈਟਸ ਟੂ ਇੰਗਲਿਸ਼ ਇਹਨੇ ਉਸ ਨੂੰ ਲਏ। ਤੇ ਉਸ ਤੋਂ ਬਾਅਦ ਇਸ ਚੀਜ਼ ਤੋਂ ਤੰਗ ਆ ਗਏ ਕੌਣ, ਪਹਿਲਾ ਸਦਮਾ ਕਿਹਨੂੰ ਲੱਗਿਆ ਜੀ, ਪੁਰਤਗੀਜ਼ ਨੂੰ। ਫਿਰ ਪੁਰਤਗੀਜ਼ ਦੇ ਇਸ ਸਟੈਪ ਦੇ ਕਾਰਨ ਜਦੋਂ ਪੁਰਤਗੀਜ਼ ਨੂੰ ਡਰ ਲੱਗਦਾ ਤਾਂ ਪੁਰਤਗੀਜ਼ ਫਿਰ ਦੁਬਾਰਾ ਨੈਗੋਸ਼ੀਏਸ਼ਨ ਕਰਨ ਦੀ ਕੋਸ਼ਿਸ਼ ਕਰਦੇ ਆ ਮੁਗਲਸ ਦੇ ਨਾਲ, ਮੁਗਲ ਐਂਪਰਰ ਦੇ ਨਾਲ ਨੈਗੋਸ਼ੀਏਸ਼ਨ ਕਰਨ ਦੀ ਗੱਲ ਕਰਦੇ ਨੇ ਤੇ ਉਸ ਤੋਂ ਬਾਅਦ ਬਾਤਚੀਤ ਕਰਨ ਦੀ ਗੱਲ ਕਰ ਰਹੇ ਨੇ। ਬਟ ਉਸ ਤੋਂ ਬਾਅਦ ਆਪਾਂ ਨੈਕਸਟ ਵੇਖਦੇ ਹਾਂ। ਬਟ ਪੁਰਤਗੀਜ਼ ਸਟਾਪ ਦੀ ਇੰਗਲਿਸ਼ ਸ਼ਿਪ। ਉਹਨੇ ਕੀ ਕੀਤਾ ਜੀ, ਹੁਣ ਪੁਰਤਗੀਜ਼ ਕੀ ਗੇਮ ਖੇਡਣਗੇ, ਪੁਰਤਗੀਜ਼ ਜਾਣਗੇ ਸੂਰਤ, ਜਿੱਥੋਂ ਇਹਨੇ ਐਂਟਰੀ ਕੀਤੀ ਸੀ ਸੂਰਤ ਜਾਂਦੇ ਆ। ਉਸ ਤੋਂ ਬਾਅਦ ਇੱਥੇ ਹੁਣ ਇਹਨੇ ਕੀ ਕੀਤਾ ਜੀ, ਪੁਰਤ ਦੇ ਵਿੱਚ ਜਿਹੜੀ ਸੂਰਤ ਦੇ ਵਿੱਚ ਇੰਗਲਿਸ਼ ਸ਼ਿਪਸ ਆ ਰਹੀਆਂ ਸੀ ਉਹਨੂੰ ਇਹਨਾਂ ਨੇ ਰੋਕਣੇ ਦੀ ਕੋਸ਼ਿਸ਼ ਕੀਤੀ। ਠੀਕ ਹੈ ਜੀ, ਹੁਣ ਇਹਨਾਂ ਨੇ ਕੀ ਕੀਤਾ ਕਿ ਡਾਇਰੈਕਟ ਤਾਂ ਇਹ ਰੋਕ ਨਹੀਂ ਸਕਦੇ ਸੀ ਕਿਉਂਕਿ ਟ੍ਰੇਡਿੰਗ ਰਾਈਟ ਦੇਤੇ ਸੀ ਬਾਦਸ਼ਾਹ ਨੇ, ਜਹਾਂਗੀਰ ਨੇ ਟ੍ਰੇਡਿੰਗ ਰਾਈਟ ਦੇਤੇ ਸੀ ਇੰਗਲਿਸ਼ ਨੂੰ, ਇਹਨਾਂ ਦੀ ਸ਼ਿਪਸ ਨੂੰ ਰੋਕ ਨਹੀਂ ਸਕਦੇ ਸੀ। ਉਸ ਤੋਂ ਬਾਅਦ ਇਹਨਾਂ ਨੇ ਕੀ ਕੀਤਾ ਜੀ, ਪਾਇਰੇਟਸ ਬਣ ਗਏ। ਪਾਇਰੇਟਸ ਕੀ ਹੁੰਦਾ ਜੀ, ਸਮੁੰਦਰੀ ਲੁਟੇਰੇ। ਇਹਨਾਂ ਨੇ ਕਿਉਂਕਿ ਇਹਨਾਂ ਨੂੰ ਸਮੁੰਦਰਾਂ ਦੇ ਬਾਰੇ ਬਹੁਤ ਜ਼ਿਆਦਾ ਨੌਲੇਜ ਸੀ, ਇਹ ਸਮੁੰਦਰੀ ਸਮੁੰਦਰੀ ਡਾਕੂ ਬਣ ਜਾਂਦੇ ਆ, ਪਾਇਰੇਟਸ ਬਣ ਜਾਂਦੇ ਆ। ਉਸ ਤੋਂ ਬਾਅਦ ਦੀ ਬੈਫਲ ਹਾਕਿੰਗਸ ਦਾ ਮੁਗਲ ਤੋਂ ਉਸ ਤੋਂ ਬਾਅਦ ਇਹਨਾਂ ਨੇ ਜਿਹੜੀ ਸ਼ਿਪਸ ਨੂੰ ਕਾਫੀ ਸ਼ਿਪਸ ਰੋਕਦੇ ਰਹੇ
ਤੇ ਉਸ ਤੋਂ ਫਾਈਨਲੀ ਇਹਨਾਂ ਨੇ ਹਾਂਕਿੰਗਸ ਨੂੰ ਬਹੁਤ ਤੰਗ ਕੀਤਾ ਤੇ ਮੁਗਲ ਕੋਰਟ ਤੋਂ 2 ਸਾਲ ਰਹਿਣ ਤੋਂ ਬਾਅਦ 2-3 ਸਾਲ ਰਹਿਣ ਤੋਂ ਬਾਅਦ 1611 ਦੇ ਵਿੱਚ ਮੁਗਲ ਕੋਰਟ ਤੋਂ ਇਹ ਕੀ ਕਰਦਾ ਜੀ ਆਪਣੀ ਰਵਾਨਗੀ ਫਾਈਨਲੀ ਲੈ ਜਾਂਦਾ ਤੇ ਉਸ ਤੋਂ ਬਾਅਦ ਉੱਥੋਂ ਆਪਣਾ ਕੋਰਟ ਛੱਡ ਕੇ ਉਸ ਤੋਂ ਇਹ ਇੰਗਲੈਂਡ ਨਾ ਪਹੁੰਚੇ। ਇਸ ਨੂੰ ਇੰਨਾ ਵੀ ਇਹਨਾਂ ਨੇ ਟਾਰਗੇਟ ਕੀਤਾ ਸੀਗਾ, ਪੁਰਤਗੀਜ਼ ਨੇ ਰੋਕਣ ਦੀ ਕੋਸ਼ਿਸ਼ ਕੀਤੀ ਸੀ। ਹਾਊਐਵਰ ਦੀ ਨਵੰਬਰ 1612 ਦੇ ਵਿੱਚ ਇੰਗਲਿਸ਼ ਸ਼ਿਪ ਹੁਣ ਜਦੋਂ ਇਹ ਇੰਗਲੈਂਡ ਪਹੁੰਚਦਾ ਉੱਥੇ ਜਾ ਕੇ ਦੱਸਦਾ ਵੀ ਮੈਨੂੰ ਰਾਈਟ ਤਾਂ ਮਿਲ ਗਏ ਨੇ, ਬਟ ਇਹਨੇ ਆਪਣੇ ਰਾਜੇ ਨੂੰ ਦੱਸਿਆ ਕਿ ਉੱਥੇ ਪੁਰਤਗੀਜ਼ ਨੇ ਮੈਨੂੰ ਬਹੁਤ ਜ਼ਿਆਦਾ ਹਰਾਸ਼ ਕੀਤਾ। ਉਸ ਤੋਂ ਬਾਅਦ ਇਹਨਾਂ ਨੇ ਇੱਕ ਸਟ੍ਰੈਟਜੀ ਪੂਰਾ ਪਲਾਨ ਬਣਾਇਆ। ਉਸ ਪਲਾਨ ਦੇ ਅੰਡਰ 1612 ਦੇ ਵਿੱਚ ਇੰਗਲਿਸ਼ ਸ਼ਿਪ ਨੂੰ ਲੈ ਕੇ ਡਰੈਗਨ ਨਾਮ ਦੀ ਸ਼ਿਪ ਲੈ ਕੇ ਕੈਪਟਨ ਬੈਸਟ ਨਾਮਕ ਇੱਕ ਪਰਸਨ ਆਉਂਦੇ ਆ ਆਪਣੀ ਲਿਟਲ ਸ਼ਿਪ ਦੇ ਨਾਲ। ਪਰ ਹੁਣ ਤੁਹਾਨੂੰ ਪਤਾ ਸੀ ਇਹ ਇੰਗਲਿਸ਼ ਸ਼ਿਪ ਨੂੰ ਰੋਕ ਰਹੇ ਸੀਗੇ। ਉਸ ਨੂੰ ਰੋਕਣ ਵਾਸਤੇ ਇਸ ਪਰਸਨ ਨੇ ਜੀ ਇੰਗਲਿਸ਼ ਦੇ ਜਿਹੜਾ ਝੁੰਡ ਹੁੰਦਾ ਸੀ, ਪੁਰਤਗੀਜ਼ ਫਲੀਟਸ ਜਿਹੜੇ ਸ਼ਿਪਸ ਦਾ ਝੁੰਡ ਹੁੰਦਾ ਸੀ, ਉਹਨੂੰ ਬੜੇ ਆਸਾਨ ਤਰੀਕੇ ਦੇ ਨਾਲ ਰੋਕਿਆ। ਕੈਪਟਨ ਬੈਸਟ ਨੇ ਉਹਦਾ ਪੂਰਾ ਮੁਕਾਬਲਾ ਕੀਤਾ ਤੇ ਫਾਈਨਲੀ ਇਹ ਪਹੁੰਚ ਗਿਆ ਮੁਗਲ ਦਰਬਾਰ ਦੇ ਵਿੱਚ। ਠੀਕ ਹੈ ਜੀ। ਜਹਾਂਗੀਰ ਹੂ ਹੈਡ ਬੀਨ ਨੋ ਨੇਵੀ ਵਰਥ ਇਨ ਨੇਮ ਲਰਨਡ ਦਾ ਇੰਗਲਿਸ਼ ਸਕਸੈਸ ਐਂਡ ਗ੍ਰੇਟ ਇੰਪ੍ਰੈਸਡ। ਹੁਣ ਇੱਕ ਇਕੱਲਾ ਬੰਦਾ ਜਿਹੜਾ ਸ਼ਿਪਸ ਪੁਰਤਗੀਜ਼ ਦੀ ਇੰਨੀ ਇਸਟੈਬਲਿਸ਼ਮੈਂਟ ਹੋਣ ਦੇ ਬਾਵਜੂਦ, ਇੰਨੀ ਟੈਕਨੀਕ ਹੋਣ ਦੇ ਬਾਵਜੂਦ ਵੀ ਪਰਸਨ ਇੱਥੇ ਤੱਕ ਪਹੁੰਚ ਗਿਆ ਉਹਨਾਂ ਨੂੰ ਹਰਾ ਕੇ, ਤਾਂ ਜਹਾਂਗੀਰ ਨੇ ਤਾਂ ਖੁਸ਼ ਹੋਣਾ ਹੀ ਸੀਗਾ। ਜਹਾਂਗੀਰ ਨੇ ਫਿਰ ਇਹਦੇ ਤੋਂ ਲੈਸਨ ਸਿੱਖਿਆ ਕਿ ਹਾਂ ਕਿ ਜੇ ਕੀ ਹੋ ਗਿਆ, ਜੇ ਸਾਡੇ ਕੋਲ ਸ਼ਿਪ ਨਹੀਂ ਹੈਗੀਆਂ ਤੇ ਇਹਨਾਂ ਤੋਂ ਅਸੀਂ ਬਹੁਤ ਕੁਝ ਸਿੱਖ ਸਕਦੇ ਹਾਂ। ਠੀਕ ਹੈ ਜੀ। ਪੁਰਤਗੀਜ਼ ਐਕਟ ਐਜ਼ ਏ ਪਾਇਰੇਸੀ ਫॉर ਰਿਜ਼ਲਟਿੰਗ ਇਨ ਕਨਫਲਿਕਟ ਵਿਦ ਦੀ ਇੰਪੀਰੀਅਲ ਗਵਰਨਮੈਂਟ। ਹੁਣ ਜਦੋਂ ਇਹ ਚੀਜ਼ਾਂ ਤੁਹਾਨੂੰ ਪਤਾ ਜੀ, ਕਿਉਂਕਿ ਇਹ ਲੋਕ ਛਿਪ ਕੇ ਸਾਰੀਆਂ ਗੱਲਾਂ ਕਰ ਰਹੇ ਸੀ, ਪਾਇਰੇਟਸ ਬਣੇ ਹੋਏ ਸੀਗੇ। ਇਸ ਚੀਜ਼ਾਂ ਨੂੰ ਲੈ ਕੇ ਜਦੋਂ ਇਹਨਾਂ ਨੇ ਇੱਦਾਂ ਦੀਆਂ ਗੱਲਾਂ ਕੀਤੀਆਂ ਪੁਰਤਗੀਜ਼ ਨੇ, ਤਾਂ ਮੁਗਲ ਬਾਦਸ਼ਾਹ ਨੂੰ ਜਦੋਂ ਪਤਾ ਲੱਗ ਜਾਂਦਾ ਤਾਂ ਇਹਨਾਂ ਦੇ ਆਪਸ ਦੇ ਵਿੱਚ ਫਿਰ ਰਿਲੇਸ਼ਨ ਖਰਾਬ ਹੋ ਜਾਂਦੇ ਆ, ਇਹ ਕਨਫਲਿਕਟ ਵੱਧ ਜਾਂਦੇ ਆ। ਠੀਕ ਹੈ ਜੀ। 1613 ਦੇ ਵਿੱਚ ਪੁਰਤਗੀਜ਼ ਓਫੈਂਡਡ ਦੀ ਜਹਾਂਗੀਰ ਬਾਈ ਕੈਪਚਰਿੰਗ। ਜਦੋਂ ਰਿਲੇਸ਼ਨ ਆਪਸ ਦੇ ਵਿੱਚ ਖਤਮ ਹੀ ਹੋ ਗਏ ਤਾਂ ਇਹਨਾਂ ਨੇ ਕੀ ਕੀਤਾ ਜੀ, ਜਹਾਂਗੀਰ ਦੇ ਖਿਲਾਫ ਹੀ ਕਾਰਵਾਈ ਕਰ ਦਿੱਤੀ ਤੇ ਮੁਗਲ ਜਿਹੜੀ ਸ਼ਿਪ ਸੀਗੀਆਂ ਇੰਗਲੈਂਡ ਭੇਜਣੀਆਂ ਸੀ ਜਾਂ ਕੋਈ ਵੀ ਸਮਾਨ ਜਿਹੜਾ ਭੇਜਣਾ ਸੀਗਾ ਸੂਰਤ ਜਿਹੜੇ ਸ਼ਹਿਰ ਤੋਂ, ਉੱਥੇ ਇਹਨਾਂ ਨੇ ਕਬਜ਼ਾ ਕਰ ਲਿਆ ਤੇ ਉਸ ਤੋਂ ਬਾਅਦ ਮੁਸਲਿਮ ਨੂੰ ਉੱਥੇ ਕੈਪਚਰ ਕੀਤਾ ਤੇ ਉਹਨਾਂ ਨੂੰ ਵੀ ਲੁੱਟ ਲਿਆ ਤੇ ਪਲੰਡਰਿੰਗ ਪੂਰੇ ਕਾਰਗੋਸ ਨੂੰ ਮਤਲਬ ਇਹਨਾਂ ਨੇ ਲੁੱਟ ਲਿਆ, ਪਾਇਰੇਸੀ ਬਣਾ ਕੇ, ਪਾਇਰੇਟਸ ਬਣ ਕੇ। ਠੀਕ ਹੈ ਜੀ। ਹੁਣ ਇਸ ਤੋਂ ਬਾਅਦ ਜਦੋਂ ਇਹ ਮੁਗਲ ਬਾਦਸ਼ਾਹ ਨੂੰ ਇਹ ਚੀਜ਼ਾਂ ਪਤਾ ਲੱਗਦੀਆਂ ਨੇ ਤਾਂ ਮੁਗਲ ਬਾਦਸ਼ਾਹ ਜਹਾਂਗੀਰ ਬਹੁਤ ਜ਼ਿਆਦਾ ਗੁੱਸੇ ਹੋ ਜਾਂਦੇ ਆ ਤੇ ਮੁਕਰਬ ਖਾਨ ਜਿਹੜਾ ਸੀਗਾ ਆਪਣੇ ਸੁਰਤ ਦਾ ਜਿਹੜਾ ਨਵਾਬ ਸੀਗਾ, ਗਵਰਨਰ ਸੀਗਾ, ਉਸ ਨੂੰ ਇਹਨਾਂ ਨੇ ਕੀ ਕੀਤਾ ਜੀ, ਇਹ ਸਾਰੀਆਂ ਚੀਜ਼ਾਂ ਦੇ ਵਾਸਤੇ ਵੀ ਪੁਰਤਗੀਜ਼ ਨੂੰ ਕੰਪਨਸੇਸ਼ਨ ਦੇਵੇ ਸਾਨੂੰ। ਮੁਗਲ ਬਾਦਸ਼ਾਹ ਨੇ ਕਿਹਾ ਵੀ ਜਿੰਨਾ ਇਹਨਾਂ ਨੇ ਸਾਨੂੰ ਲੁੱਟਣ ਦੀ ਕੋਸ਼ਿਸ਼ ਕੀਤੀ ਹੈ ਸਾਰਾ ਹਰਜਾਨਾ ਇਹਦੇ ਤੋਂ ਲਿਆ ਜਾਵੇ ਪੁਰਤਗੀਜ਼ ਤੋਂ। ਤੇ ਪੁਰਤਗੀਜ਼ ਨੇ ਕੀ ਕੀਤਾ ਜੀ, ਤੇ ਪੁਰਤਗੀਜ਼ ਡਿਊਰਿੰਗ ਦੀ ਰਾਈਨ ਆਫ ਦਾ ਸ਼ਾਹਜਹਾਂ ਤੇ ਕਾਫੀ ਇਹਨਾਂ ਤੇ ਇਹ ਕੰਪਨਸੇਸ਼ਨ ਵੀ ਦਿੱਤਾ ਇਹਨਾਂ ਨੇ। ਬਟ ਸ਼ਾਹਜਹਾਂ ਦੇ ਆਉਂਦੇ ਹੋਏ ਮਤਲਬ ਇਹ ਜਿਹੜੇ ਰਿਲੇਸ਼ਨ ਸੀ ਇਹਨਾਂ ਦੇ ਜਿਹੜੇ ਸੀਗੇ ਬਹੁਤ ਜ਼ਿਆਦਾ ਖਰਾਬ ਹੋ ਗਏ। ਫਾਈਨਲੀ ਜਿਹੜਾ ਟੱਚ ਸੀਗਾ ਜਿਹੜਾ ਸ਼ਾਹਜਹਾਂ ਦਾ ਉਹ ਸੀਗਾ ਬ੍ਰਿਟਿਸ਼ ਕੰਪਨੀ ਵਾਲੇ ਪਾਸੇ, ਅੰਗਰੇਜ਼ਾਂ ਦੇ ਨਾਲ ਇਹਨਾਂ ਦਾ ਕਾਫੀ ਵਧੀਆ ਟੱਚ ਸੀਗਾ। ਬਟ ਫਾਈਨਲੀ ਇਹ ਡਿਕਲਾਈਨ ਜਿਹੜਾ ਸੀਗਾ ਇੱਥੋਂ ਖਤਮ ਹੋ ਜਾਂਦਾ ਹੈ ਕਿਉਂਕਿ ਥੋੜ੍ਹਾ ਬਹੁਤਾ ਤਾਂ ਇਹਨਾਂ ਦੀ ਜਿਹੜੀ ਕੰਪਨਸੇਸ਼ਨ ਸੀ ਉਹ ਮਾਫ ਤਾਂ ਸ਼ਾਹਜਹਾਂ ਨੇ ਕਰਤੀ ਸੀ। ਬਟ ਲਾਸਟ ਦੇ ਵਿੱਚ ਜਦੋਂ ਫਾਈਨਲ ਜਦੋਂ ਜਹਾਂਗੀਰ ਦਾ ਆਪਣੇ ਲੈਵਲ 'ਤੇ ਜਦੋਂ ਬਾਦਸ਼ਾਹ ਬਣ ਗਿਆ ਉਸ ਟਾਈਮ 'ਤੇ ਉਹਨਾਂ ਨੇ ਇਸ ਚੀਜ਼ ਨੂੰ ਖਤਮ ਹੀ ਕਰ ਦਿੱਤਾ। ਠੀਕ ਹੈ ਜੀ। ਐਟ ਆਲਸੋ ਲੋਸਟ ਫॉर ਦੀ ਹੋਪਸ ਆਫ ਦਾ ਕਨਵਰਟਿੰਗ ਦੀ ਰਾਇਲ ਫੈਮਿਲੀ ਮੁਗਲ ਇਨਟੂ ਕ੍ਰਿਸਚੈਨਿਟੀ। ਦੀ ਹੋਪ ਆਫ ਦਾ ਪੁਰਤਗੀਜ਼ ਹੈਲਡ ਟੂ ਬਿਕੋਜ਼ ਆਫ ਦਾ ਵੈਲਕਮ ਅਕੋਰਡ ਟੂ ਦੀ ਡੈਮ ਦੀ ਰਿਲੀਜਨ ਆਫ ਦਾ ਅਕਬਰ ਐਂਡ ਜਹਾਂਗੀਰ। ਹੁਣ ਤੁਸੀਂ ਦੇਖੋ ਜਹਾਂਗੀਰ ਤੇ ਅਕਬਰ ਦੇ ਟਾਈਮ ਦੇ ਵਿੱਚ ਇਹ ਪਰਸਨ ਤਾਂ ਥੋੜ੍ਹਾ ਜਿਹਾ ਜਿਹੜਾ ਇਹਨਾਂ ਦਾ ਝੁਕਾਵ, ਕਾਫੀ ਰਿਲੇਸ਼ਨ ਵਧੀਆ ਸਨ ਪੁਰਤਗੀਜ਼ ਦੇ ਨਾਲ। ਬਟ ਜਿੱਦਾਂ ਸ਼ਾਹਜਹਾਂ ਦਾ ਟਾਈਮ ਆਉਂਦਾ ਹੈ ਇਹਨਾਂ ਦੇ ਜਿਹੜੇ ਰਿਲੇਸ਼ਨ ਹੁੰਦੇ ਨੇ ਪ੍ਰੋਪਰਲੀ ਤਰੀਕੇ ਨਾਲ ਡਿਕਲਾਈਨ ਕਰ ਜਾਂਦੇ ਨੇ, ਟੁੱਟ ਜਾਂਦੇ ਨੇ, ਖਰਾਬ ਹੋ ਜਾਂਦੇ ਨੇ। ਜਿਸ ਦੇ ਕਾਰਨ ਹੁੰਦਾ ਕੀ ਹੈ ਜੀ, ਜਿਹੜੇ ਇਹ ਪੁਰਤਗੀਜ਼ ਸੋਚ ਰਹੇ ਸੀ ਵੀ ਆਪਾਂ ਮੁਗਲ ਬਾਦਸ਼ਾਹ ਨੂੰ ਕ੍ਰਿਸਚੈਨਿਟੀ ਦੇ ਵਿੱਚ ਆਪਾਂ ਕਨਵਰਟ ਕਰ ਲਵਾਂਗੇ, ਇਹ ਜਿਹੜੀ ਹੋਪ ਹੁੰਦੀ ਹੈ ਇਹ ਜਮਾ ਖਤਮ ਹੋ ਜਾਂਦੀ ਹੈ ਕਿਉਂਕਿ ਜਦੋਂ ਸ਼ਾਹਜਹਾਂ ਆ ਜਾਂਦਾ ਸੋ ਉਹਨੇ ਫਿਰ ਇਹਨਾਂ ਦਾ ਜਿਹੜਾ ਰਿਲੇਸ਼ਨ ਸੀਗੇ ਟੋਟਲੀ ਇਹਨਾਂ ਦੀ ਜਿਹੜੀ ਪਾਇਰੇਸੀ, ਇਹਨਾਂ ਦਾ ਸਭ ਕੁਝ ਵੇਖਣ ਦੇ ਸੂਰਤ ਜਿਹੜਾ ਸ਼ਹਿਰ ਸੀਗਾ ਉੱਥੋਂ ਇਹਨਾਂ ਨੂੰ ਕੱਢ ਵੀ ਦਿੱਤਾ ਜਾਂਦਾ ਹੈ। ਉਸ ਤੋਂ ਬਾਅਦ ਇਹਨਾਂ ਨੂੰ ਭਜਾ ਦਿੱਤਾ ਜਾਂਦਾ। ਉਸ ਤੋਂ ਬਾਅਦ ਕਿਉਂਕਿ ਇਹਨਾਂ ਦੀ ਜਿਹੜੀ ਪਾਇਰੇਸੀ ਵਾਲਾ ਕੰਮ ਸੀਗਾ ਇਹਨਾਂ ਨੂੰ ਪਤਾ ਲੱਗ ਜਾਂਦਾ ਹੈ। ਠੀਕ ਹੈ ਜੀ। 2 ਅਸੀਂ ਪੇਜ ਕਰ ਚੁੱਕੇ ਹਾਂ, ਹੁਣ 3rd ਪੇਜ ਦੇਖਦੇ ਹਾਂ ਕੀ ਕਹਿੰਦੇ ਆ। ਹੁਣ ਦੇਖੋ ਜੀ, ਹੁਣ ਸੂਰਤ ਸੀਗਾ ਇਸ ਵਾਲੀ ਸਾਈਡ, ਇੱਥੋਂ ਸਾਰਾ ਕੁਝ ਇਹਨਾਂ ਨੂੰ ਪਤਾ ਲੱਗ ਗਿਆ। ਫਿਰ ਇੱਥੋਂ ਨਿਕਲਦੇ ਆ, ਇਹਨਾਂ ਨੇ ਕਬਜ਼ਾ ਕੀਤਾ ਸੀਗਾ ਇਸ ਸਾਈਡ ਤੋਂ, ਹੁਗਲੀ ਵਾਲੇ ਪਾਸੇ ਤੋਂ। ਠੀਕ ਹੈ ਜੀ। ਹੁਗਲੀ ਕਿਹੜੀ ਹੈ? ਹੁਗਲੀ ਤੁਹਾਨੂੰ ਪਤਾ ਹੈ ਨਦੀ ਹੈਗੀ ਹੈ, ਉਹਦੇ ਉੱਪਰ ਇੱਕ ਬੰਦਰਗਾਹ ਸੀ, ਉਹਦੇ ਨੇੜੇ ਇੱਕ ਪਲੇਸ ਸੀਗਾ ਸਤਗਾਉਂ ਨਜ਼ਦੀਕ ਸੀਗੀ ਇੱਕ ਬੰਦਰਗਾਹ
ਤੇ ਉਸ ਦੇ ਨੇੜੇ ਸੀਗੀ ਹੁਗਲੀ, ਤੇ ਹੁਗਲੀ ਸ਼ਹਿਰ ਦੇ ਉੱਪਰ ਇੱਥੋਂ ਜਿਹੜੇ ਪੁਰਤਗੀਜ਼ ਸੀਗੇ ਆਪਣਾ ਰਿਲੇਸ਼ਨ ਬਣਾਉਣਾ ਸਟਾਰਟ ਕਰਦੇ ਨੇ, ਆਪਣਾ ਟ੍ਰੇਡਿੰਗ ਫੰਕਸ਼ਨ ਇੱਥੋਂ ਸਟਾਰਟ ਕਰਦੇ ਨੇ, ਕਿਉਂਕਿ ਸੁਰਤਗਾ ਜਿਹੜਾ ਸੂਰਜ ਸੀਗਾ ਇੱਥੋਂ ਇਹਨਾਂ ਨੂੰ ਜਿਹੜੀ ਇਹਨਾਂ ਦੀ ਪਾਇਰੇਸੀ ਦੇ ਕਾਰਨ ਇਹਨਾਂ ਨੂੰ ਇੱਥੋਂ ਕੱਢ ਦਿੱਤਾ ਜਾਂਦਾ, ਠੀਕ ਹੈ ਜੀ। ਉਸ ਤੋਂ ਬਾਅਦ ਦੇਖੋ ਔਨ ਦੀ ਬੇਸਿਸ ਆਫ ਦਾ ਇੰਪੀਰੀਅਲ ਫਰਮਾਨ ਦੀ ਸਿਰਕਾ ਦੀ 1779 ਦੇ ਵਿੱਚ ਪੁਰਤਗੀਜ਼ ਨੇ ਇੱਥੇ ਕੀ ਕੀਤਾ ਸੀ, ਸੈਟਲ ਡਾਊਨ ਕੀਤਾ ਸੀਗਾ ਰਿਵਰ ਬੈਂਕ ਆਫ ਦਾ ਹੁਗਲੀ, ਤੇ ਸ਼ਾਰਟ ਡਿਸਟੈਂਸ ਇੱਕ ਸਤਗਾਓਂ ਪਿੰਡ ਸੀਗਾ ਬੇ ਆਫ ਬੰਗਾਲ ਦੇ ਵਿੱਚ, ਠੀਕ ਹੈ ਜੀ। ਤੇ ਇੱਥੋਂ ਇਹਨਾਂ ਨੇ ਟ੍ਰੇਡਿੰਗ ਰਾਈਟਸ ਲਿੱਤੇ ਸੀ, ਟ੍ਰੇਡਿੰਗ ਐਕਟੀਵਿਟੀ ਸਭ ਕੁਝ ਕਰਦੇ ਸੀਗੇ। ਹੌਲੀ ਹੌਲੀ ਇਹਨਾਂ ਨੇ ਸਤਗਾਓਂ ਤੋਂ ਕੀ ਕੀਤਾ ਜੀ, ਹੌਲੀ ਹੌਲੀ ਇਹਨਾਂ ਨੇ ਆਪਣੀ ਜਿਹੜੀ ਫੋਰਟੀਫਿਕੇਸ਼ਨ ਕਰਦੇ ਕਰਦੇ ਹੁਗਲੀ ਨੂੰ ਆਪਣਾ ਕੀ ਮੇਨ ਸੈਂਟਰ ਬਣਾ ਲਿਆ, ਤੇ ਉਹਦੇ ਵਿੱਚ ਆਪਾਂ ਪੜ੍ਹ ਲੈਂਦੇ ਹਾਂ। Over the years later, the strength of their positions of constructing the big buildings led to the migrate the trade from the Satgaon to new port Hooghly, ਠੀਕ ਹੈ ਜੀ। ਹੁਣ ਇਹਨਾਂ ਨੇ ਸਤਗਾਓਂ ਜਿਹੜਾ ਪਿੰਡ ਸੀਗਾ ਉਹ ਛੋਟੀ ਜਿਹੀ ਬੰਦਰਗਾਹ ਸੀਗੀ, ਉਸ ਤੋਂ ਚੇਂਜ ਕਰਕੇ ਹੁਗਲੀ ਮੇਨ ਜਿਹੜੀ ਬੰਦਰਗਾਹ ਸੀ ਉਹਦੇ ਉੱਪਰ ਆ ਗਏ, ਤੇ ਉਸ ਤੋਂ ਬਾਅਦ ਇਹਨਾਂ ਨੇ ਉੱਥੋਂ ਜਿਹੜਾ ਹੁਗਲੀ ਜਿਹੜਾ ਸ਼ਹਿਰ ਸੀਗਾ ਉੱਥੋਂ ਪੂਰੀ ਤਰ੍ਹਾਂ ਨਾਲ ਟੋਟਲੀ ਕਵਰ ਆਪਣੇ ਅੰਡਰ ਕਰ ਲਿਆ ਸੀਗਾ, ਕਿਉਂਕਿ ਉੱਥੇ ਬਿਲਡਿੰਗਸ ਬਣਾਤੀਆਂ, ਸਭ ਕੁਝ ਡਿਵੈਲਪ, ਕਿਉਂਕਿ ਇੱਕ ਵੈਲ ਮਾਈਂਡਡ ਪਰਸਨ ਸੀਗੇ, ਟ੍ਰੇਡਿੰਗ ਕਰਦੇ ਸੀ, ਨਾਲੇ ਇਨਵੈਸਟਮੈਂਟ ਵੀ ਕੀਤੀ ਉੱਥੇ, ਸ਼ਹਿਰ ਨੂੰ ਡਿਵੈਲਪ ਵੀ ਕੀਤਾ, ਠੀਕ ਹੈ ਜੀ। ਉਸ ਤੋਂ ਬਾਅਦ ਇਹਨਾਂ ਨੇ ਜੀ ਦੇ ਮੋਨੋਪੋਲਾਈਜ਼ ਦੀ ਸਾਲਟ ਦਾ ਜਿਹੜਾ ਸਾਲਟ ਬਣਾਉਂਦੇ ਸੀ, ਨਮਕ ਬਣਾਉਣਾ ਹੁੰਦਾ ਸੀਗਾ, ਉਹ ਵੀ ਇਹਨਾਂ ਨੇ ਮੋਨੋਪੋਲਾਈਜ਼ ਕਰਤਾ ਵੀ ਇਹੀ ਬਣਾ ਸਕਦੇ ਨੇ। ਕਸਟਮ ਹਾਊਸ ਬਣਾਉਣੇ ਸਟਾਰਟ ਕਰਤੇ। ਉਸ ਤੋਂ ਬਾਅਦ ਐਨਫੋਰਸਿੰਗ ਦੀ ਸਟ੍ਰਿਕਟਲੀ ਟੂ ਲੈਵੀ ਟੈਕਸ, ਉਹਨਾਂ ਨੇ ਟਬਾਕੂ ਦੇ ਉੱਪਰ ਲਗਾਉਣਾ ਸਟਾਰਟ ਕਰ ਦਿੱਤਾ। ਉਸ ਤੋਂ ਬਾਅਦ ਇੰਪੋਰਟੈਂਟ ਆਰਟੀਕਲਸ ਟੂ ਟ੍ਰੇਡ ਇਹ ਇੰਟਰੋਡਿਊਸ ਕਰਤੇ ਇੰਡੀਆ ਦੇ ਵਿੱਚ, ਤੇ ਇਸ ਤਰੀਕੇ ਨਾਲ ਪੂਰੀ 17ਵੀਂ ਸ਼ਤਾਬਦੀ ਦੇ ਵਿੱਚ ਹੁਗਲੀ ਦੇ ਉੱਪਰ ਇਹਨਾਂ ਨੇ ਪੂਰੀ ਤਰੀਕੇ ਨਾਲ ਕਬਜ਼ਾ ਕੀਤਾ ਹੋਇਆ ਸੀਗਾ, ਠੀਕ ਹੈ ਜੀ। ਤੇ ਇਹ ਸਾਰਾ ਕੁਛ ਇਹਨੇ ਕਰ ਰਹੇ ਸੀਗੇ। ਤੇ ਉਸ ਤੋਂ ਬਾਅਦ ਇਹ ਹੋਰ ਵੀ ਕੀ ਗੱਲਾਂ ਕਰ ਰਹੇ ਸੀਗੇ, ਪੁਰਤਗੀਜ਼ ਨੋਟ ਓਨਲੀ ਮੇਡ ਦਾ ਮਨੀ ਫਰੋਮ ਦੀ ਟ੍ਰੇਡਰ ਤੋਂ ਹੀ ਮਨੀ ਨਹੀਂ ਕਮਾ ਰਹੇ ਸੀ, ਇਹਨਾਂ ਨੇ ਕਰੂਅਲ ਜਿਹੜੀ ਸਲੇਵਰੀ ਸੀਗੀ ਉਹ ਵੀ ਸਟਾਰਟ ਕੀਤੀ ਹੋਈ ਸੀ। ਇਹ ਕੀ ਕਰਦੇ ਸੀ, ਹਿੰਦੂਆਂ ਤੇ ਮੁਸਲਿਮ ਦੇ ਬੱਚਿਆਂ ਨੂੰ ਖਰੀਦਦੇ ਸੀਗੇ, ਉਹਨਾਂ ਨੂੰ ਖਰੀਦ ਕੇ ਆਪਣੇ ਕ੍ਰਿਸਚੈਨਿਟੀ ਦੇ ਵਿੱਚ ਕਨਵਰਟ ਕਰਦੇ ਸੀ, ਕ੍ਰਿਸਚੈਨਿਟੀ ਦੇ ਵਿੱਚ ਇਹਨਾਂ ਨੂੰ ਬੜਿਆਂ ਨੂੰ ਪਾਲ ਪੋਸ ਕੇ ਵੱਡੇ ਕਰਦੇ ਸੀ, ਤੇ ਉਸ ਤਰੀਕੇ ਨਾਲ ਇਹ ਮਤਲਬ ਗਲਤ ਕੰਮ ਕਰ ਰਹੇ ਸੀਗੇ, ਠੀਕ ਹੈ ਜੀ। ਹੂ ਹੈਂਡ ਬੋਟ ਦੇ ਇਹ ਕ੍ਰਿਸਚਨ ਮਤਲਬ ਉਹਨਾਂ ਨੂੰ ਖਰੀਦ ਕੇ ਜਵਾਨ ਕੀਤਾ ਜਾਂਦਾ ਸੀ ਐਜ ਏ ਕ੍ਰਿਸਚਨ, ਠੀਕ ਹੈ ਜੀ। ਉਸ ਤੋਂ ਬਾਅਦ ਇਨ ਦੀ ਕੋਰਸ ਆਫ ਦਾ ਦਿਸ ਨੇਬਰਸ ਐਕਟੀਵਿਟੀ ਦੀ ਸੀਜ਼ ਦੀ 2 ਸਲੇਵ ਗਰਲਸ। ਹੁਣ ਸਭ ਤੋਂ ਵੱਡਾ ਸਦਮਾ ਇਹ ਸੀਗਾ ਵੀ ਇੱਥੇ ਵੀ ਕਾਰਵਾਈ ਹੋਣ ਦਾ ਕਾਰਨ ਕੀ ਸੀਗਾ ਕਿ ਮੁਮਤਾਜ਼ ਮਹਿਲ ਦੇ ਕੋਲ ਜਿਹੜੀ ਦਾਸੀ ਹੁੰਦੀਆਂ ਨੇ, ਦਾਸੀ ਦੀ 2 ਕੁੜੀਆਂ ਹੁੰਦੀਆਂ ਨੇ, ਉਹਨਾਂ ਨੂੰ ਇਹਨਾਂ ਨੇ ਸਲੇਵ ਬਣਾ ਲਿਆ, ਤੇ ਉਸ ਨੇ ਫਿਰ ਉਹ ਰਾਣੀ ਨੂੰ ਦੱਸਤਾ, ਰਾਣੀ ਨੇ ਫਿਰ ਕੀ ਕੀਤਾ ਜੀ, ਰਾਜੇ ਨੂੰ ਦੱਸਿਆ। ਉਸ ਤੋਂ ਬਾਅਦ ਹੁਗਲੀ ਨੂੰ ਫਿਰ ਮੁਗਲ ਸੈਨਾ ਨੇ ਕੀ ਕੀਤਾ, ਕੈਪਚਰ ਕਰ ਲਿਆ, ਸੀਜ਼ ਕਰਤੀ ਹੁਣ ਸਾਰੀ ਹੁਗਲੀ, ਉਹ ਹੁਗਲੀ ਜਿਹੜਾ ਸ਼ਹਿਰ ਸੀ। ਤੇ ਐਂਡਿੰਗ ਦੀ ਕੈਪਚਰ 3 ਮੰਥ ਲੇਟਰ ਦੀ ਸ਼ਾਹਜਹਾਂ ਆਰਡਰ ਟੂ ਬੰਗਾਲ ਗਵਰਨਰ ਕਾਸਿਮ ਖਾਨ ਟੂ ਅਗੇਂਸਟ ਕਾਰਵਾਈ ਕੀਤੀ ਫਿਰ ਪੁਰਤਗੀਜ਼ ਦੇ ਖਿਲਾਫ, ਠੀਕ ਹੈ ਜੀ। ਇਹ ਪੁਰਤਗੀਜ਼ ਦੇ ਖਿਲਾਫ ਫਿਰ ਇਹਨਾਂ ਨੇ ਕਾਰਵਾਈ ਕੀਤੀ। ਉਸ ਤੋਂ ਬਾਅਦ ਸੀਜ਼ ਆਫ ਦਾ ਹੁਗਲੀ ਦੀ ਟੇਕ ਐਕਸ਼ਨ ਅਗੇਂਸਟ ਦਾ ਪੁਰਤਗੀਜ਼ ਦੀ ਸੀਜ਼ ਆਫ ਹੁਗਲੀ ਫਾਈਨਲੀ ਲੈਡ ਟੂ ਦੀ ਪੁਰਤਗੀਜ਼ ਫਲੀਗ। ਤੇ ਇਹ ਮਤਲਬ ਇਹਨਾਂ ਦਾ ਫਾਈਨਲ ਸਟੈਪ ਸੀਗਾ। ਇੱਥੇ ਇਹਨਾਂ ਦੀ ਜਿਹੜੇ ਕੰਮ ਸੀਗੇ ਗਲਤ ਕੰਮ, ਪਾਇਰੇਸੀ, ਡਾਕੂ, ਕਿਉਂਕਿ ਬੰਗਾਲ ਦੇ ਵਿੱਚ ਇਹਨਾਂ ਨੇ ਕਾਫੀ ਬੰਗਾਲ ਦੇ ਜਿਹੜੇ ਸਮੁੰਦਰ ਦੇ ਵਿੱਚ ਇਹ ਪਾਇਰੇਟਸ ਬਣ ਕੇ ਲੁੱਟ ਲੈਣਾ, ਹਰ ਜਹਾਜ਼ ਨੂੰ ਲੁੱਟ ਲੈਣਾ, ਕਿਸੇ ਨਾਲ ਕੀ ਕਰ ਰਹੇ ਨੇ, ਮਤਲਬ ਇੱਕ ਜੇ ਟ੍ਰੇਡ ਨਹੀਂ ਕਰ ਰਹੇ ਤੇ ਇਹਨਾਂ ਪਾਇਰੇਟ ਬਣ ਗਏ, ਪਾਇਰੇਟ ਨਹੀਂ ਬਣ ਗਏ ਤਾਂ ਡਾਕੂ ਲੁੱਟਣਾ ਸਟਾਰਟ ਕਰਤਾ ਸ਼ਹਿਰਾਂ ਦੇ ਵਿੱਚ, ਤੇ ਇਹ ਜੇ ਸ਼ਹਿਰਾਂ ਦੇ ਵਿੱਚ ਉਹ ਕੰਮ ਨਹੀਂ ਚੱਲ ਰਿਹਾ ਤੇ ਬੱਚਿਆਂ ਨੂੰ ਵੇਚਣਾ ਸਟਾਰਟ ਕਰਤਾ। ਇਸ ਤਰ੍ਹਾਂ ਦਾ ਸਿਸਟਮ ਇਹਨਾਂ ਦਾ ਚੱਲ ਰਿਹਾ ਸੀਗਾ। ਉਸ ਤੋਂ ਬਾਅਦ ਮੁਗਲ ਸਫਰਡ ਫਰੋਮ ਦੀ ਲਾਸ ਆਫ ਦਾ ਅੱਛਾ, ਜਦੋਂ ਮੁਗਲ ਬਾਦਸ਼ਾਹ ਨੇ ਇਹਨਾਂ ਨੂੰ ਹਟਾਉਣ, ਕਾਸਿਮ ਬਾਜ਼ਾਰ ਦੇ ਵਿੱਚ ਇਹਨਾਂ ਨੂੰ ਹਟਾਇਆ, ਉਸ ਟਾਈਮ ਤੇ ਮੁਗਲ ਸੈਨਾ ਦੇ ਵੀ 1000% ਦੀ ਡੈਥ ਹੋ ਗਈ ਸੀ। ਤੇ ਉਸ ਤੋਂ ਇਲਾਵਾ ਫਿਰ ਮੁਗਲ ਬਾਦਸ਼ਾਹ ਨੇ ਜਿਹੜੇ ਕਾਸਿਮ ਸੀਗਾ ਉਸਨੇ ਫਿਰ ਇਹਦਾ 400 ਪ੍ਰਿਜ਼ਨਰ ਫੜੇ ਸੀਗੇ, ਉਸ ਨੂੰ ਆਗਰਾ ਲੈ ਕੇ ਜਾਂਦਾ ਹੈ, ਜਿਹੜੇ ਪੁਰਤਗੀਜ਼ ਹੀ ਸੀਗੇ ਸਾਰੇ। ਤੇ ਇਹ ਪੁਰਤਗੀਜ਼ ਜਿਹੜੇ ਸੀਗੇ ਇਹਨਾਂ ਨੂੰ ਸਾਰਿਆਂ ਨੂੰ ਆਪਸ਼ਨ ਦਿੱਤੀ ਜਾਂਦੀ ਕਿ ਤੁਸੀਂ ਇਸਲਾਮ ਕਨਵਰਟ ਕਰ ਲਓ, ਇਸਲਾਮ ਦੇ ਬਾਅਦ ਤੁਹਾਡੀ ਜਿਹੜੀ ਜਾਨ ਹੈ ਬਖਸ਼ ਦਿੱਤੀ ਜਾਊਗੀ। ਬਟ ਬਾਅਦ ਦੇ ਵਿੱਚ ਜਿੱਦਾਂ ਪ੍ਰੋਸੀਕਿਊਸ਼ਨਸ ਕੀਤੀ ਜਾ ਰਹੀਆਂ ਸੀ ਪੁਰਤਗੀਜ਼ ਦੇ ਦੁਆਰਾ ਮੁਸਲਿਮ ਤੇ ਹਿੰਦੂ ਲੋਕਾਂ ਦੀਆਂ, ਇਸੇ ਤਰ੍ਹਾਂ ਹੀ ਫਾਈਨਲੀ ਕ੍ਰਿਸਚਨ ਲੋਕਾਂ ਦਾ ਵੀ ਕੰਟੀਨਿਊਟੀ ਇੱਦਾਂ ਹੀ ਰਹੀ। ਤੇ ਇਸ ਤਰ੍ਹਾਂ ਨਾਲ ਕਿ ਫਾਈਨਲੀ ਇਹਨਾਂ ਦਾ ਜਿਹੜੀ ਡੈਥ ਹੈ ਉਹ ਕਰ ਦਿੱਤੀ ਜਾਂਦੀ ਹੈ ਇਸਲਾਮ ਧਰਮ ਦੇ ਵਿੱਚ, ਉਸ ਕਿਉਂਕਿ ਇਹ ਕਨਵਰਟ ਨਹੀਂ ਹੁੰਦੇ ਨੇ ਉਸ ਟਾਈਮ ਤੇ। ਇਹ ਸੀਗਾ ਜੀ ਡਿਕਲਾਈਨਿੰਗ ਆਫ ਦਾ। ਹੁਣ ਪੁਰਤਗੀਜ਼ ਪਹਿਲਾਂ ਇੱਥੋਂ ਨਿਕਲਦੇ ਹੈ, ਹੁਣ ਇਸ ਤੋਂ ਬਾਅਦ ਇਹਨਾਂ ਨੇ ਹੁਗਲੀ ਵੀ ਛੱਡਤਾ। ਉਸ ਤੋਂ ਬਾਅਦ ਹੁਣ ਈਸਟ ਇੰਡੀਆ ਕੰਪਨੀ ਆ ਜਾਂਦੀ ਹੈ, ਜਦੋਂ ਬ੍ਰਿਟਿਸ਼ ਆਉਣਗੇ ਉਹਨਾਂ ਦਾ ਫਿਰ ਵਾਰ ਹੋਣਗੀਆਂ, ਤੇ ਉਸ ਤੋਂ ਬਾਅਦ ਇਹਨਾਂ ਨੂੰ ਰਿਪਲੇਸ ਕਰ ਦੇਣਗੇ ਡੱਚ। ਹੁਣ ਆਪਣੇ ਲੈਕਚਰਾਂ ਦੇ ਵਿੱਚ ਆਪਾਂ ਦੇਖਾਂਗੇ ਹੋਰ ਕਿਹੜੇ ਜਿਹੜੇ ਕੰਮ ਸੀਗੇ ਜਿਸ ਦੇ ਕਾਰਨ ਹੋਰ ਇਹਨਾਂ ਦਾ ਡਿਕਲਾਈਨਿੰਗ ਹੁੰਦਾ ਗਿਆ। ਤੇ ਇਹ ਹੁਣ ਮੈਂ 2 ਦੱਸੇ ਨੇ, ਉਸ ਤੋਂ ਬਾਅਦ ਆਪਾਂ ਨੈਕਸਟ ਦੇ ਵਿੱਚ ਹੋਰ ਗੱਲ ਕਰਾਂਗੇ। ਤੇ ਇਸੇ ਤਰ੍ਹਾਂ ਹੀ ਅੱਗੇ ਬਣੇ ਰਹੋ ਇਸੇ ਲੈਕਚਰ ਇਸੇ ਚੈਨਲ ਦੇ ਉੱਪਰ। ਤੇ ਇਸ ਤੋਂ ਬਾਅਦ ਆਪਣੇ ਨੈਕਸਟ ਆਉਣ ਵਾਲੇ ਲੈਕਚਰ ਦੇ ਵਿੱਚ ਆਪਾਂ ਹੋਰ ਡਿਟੇਲ ਦੇ ਵਿੱਚ ਡਿਸਕਸ ਕਰਾਂਗੇ ਨੈਕਸਟ ਪਾਰਟ ਦੇ ਵਿੱਚ। ਥੈਂਕ ਯੂ ਫॉर watching my lectures.